ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਿਛਲੇ ਕਈ ਦਿਨਾਂ ਤੋਂ ਅਸੀਂ ਗੁਰੂ ਸਾਹਿਬਾਨਾਂ ਅਤੇ ਸਿੱਖੀਜ਼ਮ ਦੇ ਨਾਲ ਸੰਬੰਧ ਰੱਖਣ ਵਾਲੀਆਂ ਕੁਝ ਮਹਾਨ ਸ਼ਖਸੀਅਤਾਂ ਦੇ ਜੀਵਨ ਦੇ ਬਾਰੇ ਵਿਚਾਰ ਕਰ ਰਹੇ ਹਾਂ। ਸੰਗਤ ਜੀ, ਕੁਝ ਸੰਗਤਾਂ ਦੀ ਮੰਗ ਹੈ ਕਿ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਨਾਲ ਸਿੱਖੀਜ਼ਮ ਦੇ ਨਾਲ ਰਿਲੇਟਡ ਇਸਤਰੀਆਂ ਦੇ ਜੀਵਨ ਬਾਰੇ ਵੀ ਵਿਚਾਰਾਂ ਕੀਤੀਆਂ ਜਾਣ। ਬੀਬੀ ਭਾਨੀ ਜੀ, ਮਾਤਾ ਗੰਗਾ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਮਾਈ ਭਾਗੋਂ ਜੀ, ਮਾਤਾ ਸੁਲੱਖਣੀ ਜੀ, ਮਾਤਾ ਖੀਵੀ ਜੀ, ਮਹਾਰਾਣੀ ਜਿੰਦ ਕੌਰ ਜੀ, ਇਸ ਤਰ੍ਹਾਂ ਦੀਆਂ ਹੋਰ ਅਨੇਕ ਇਸਤਰੀਆਂ ਹਨ ਜਿਨ੍ਹਾਂ ਦਾ ਸਿੱਖੀਜ਼ਮ ਦੇ ਵਿੱਚ ਬਹੁਤ ਹੀ ਵਡਮੁੱਲਾ ਯੋਗਦਾਨ ਹੈ। ਇਹਨਾਂ ਬਾਰੇ ਅਸੀਂ ਇੱਕ ਇੱਕ ਕਰਕੇ ਸਮੇਂ-ਸਮੇਂ ਵਿਚਾਰ ਕਰਦੇ ਰਹਾਂਗੇ। ਇਸੇ ਨੂੰ ਮੁੱਖ ਰੱਖਦਿਆਂ ਅੱਜ ਅਸੀਂ ਵਿਚਾਰ ਕਰਾਂਗੇ ਬੀਬੀ ਅਮਰੋ ਜੀ ਦੇ ਜੀਵਨ ਦੇ ਬਾਰੇ, ਜਿਨ੍ਹਾਂ ਦੀ ਪਹਿਚਾਣ ਜੋ ਹੈ ਇੱਕ ਗੁਰੂ ਦੀ ਡਾਟਰ ਦੇ ਵਜੋਂ ਕੀਤੀ ਜਾਂਦੀ ਹੈ। ਸੰਗਤ ਜੀ, ਬੀਬੀ ਅਮਰੋ ਜੀ ਸਿੱਖਾਂ ਦੇ ਦੂਸਰੇ ਗੁਰੂ ਅੰਗਦ ਦੇਵ ਜੀ ਦੇ ਡਾਟਰ ਸਨ ਅਤੇ ਆਪ ਜੀ ਦੀ ਮਾਤਾ ਦਾ ਨਾਮ ਮਾਤਾ ਖੀਵੀ ਜੀ ਸੀ। ਆਪ ਜੀ ਦਾ ਜਨਮ 1532 ਦੇ ਵਿੱਚ ਹੋਇਆ ਸੀ। ਅਜੇ ਆਪ 7 ਸਾਲ ਦੇ ਹੀ ਸੀ। ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸੀ ਅਤੇ ਗੁਰਤਾ ਗੱਦੀ 'ਤੇ ਗੁਰੂ ਅੰਗਦ ਦੇਵ ਜੀ ਵਿਰਾਜਮਾਨ ਹੋਏ ਸੀ। ਯਾਨੀ ਕਹਿਣ ਦਾ ਭਾਵ ਇਹ ਹੈ ਕਿ ਆਪ ਨੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਲਏ ਸੀ। ਬੀਬੀ ਅਮਰੋ ਜੀ ਛੋਟੀ ਜੀ ਉਮਰ ਦੇ ਵਿੱਚ ਹੀ ਆਪਣੀ ਮਾਤਾ ਖੀਵੀ ਜੀ ਨੂੰ ਗੁਰੂ ਘਰ ਦੀ ਸੇਵਾ ਅਤੇ ਸਿਮਰਨ ਕਰਦਿਆਂ ਵੇਖਦੇ ਸੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਬਾਲ ਉਮਰ ਦੇ ਵਿੱਚ ਹੀ ਆਪ ਜੀ ਦੇ ਉੱਤੇ ਸੇਵਾ ਅਤੇ ਸਿਮਰਨ ਦਾ ਜੋ ਰੰਗ ਹੈ ਉਹ ਪੂਰੀ ਤਰ੍ਹਾਂ ਚੜ੍ਹ ਗਿਆ ਸੀ ਅਤੇ ਜਵਾਨ ਹੁੰਦੇ ਹੁੰਦੇ ਆਪ ਖੁਦ ਗੁਰਮਤ ਸੇਵਾ ਅਤੇ ਸਿਮਰਨ ਦੇ ਸਾਰੇ ਗੁਣਾਂ ਦੇ ਵਿੱਚ ਪੂਰੀ ਤਰ੍ਹਾਂ ਪਰਫੈਕਟ ਹੋ ਚੁੱਕੇ ਸੀ। ਆਪ ਜੀ ਦਾ ਵਿਆਹ ਜਿਹੜਾ ਹੈ ਉਹ ਗੁਰੂ ਅਮਰਦਾਸ ਜੀ, ਜੋ ਅਜੇ ਗੁਰੂ ਅਮਰਦਾਸ ਜੀ ਨਹੀਂ ਸੀ ਬਣੇ, ਉਹਨਾਂ ਦੇ ਭਤੀਜੇ ਭਾਈ ਜੱਸੂ ਦੇ ਨਾਲ ਹੋਇਆ ਸੀ। ਆਪ ਦਿਨ ਵੇਲੇ ਅਤੇ ਸ਼ਾਮ ਵੇਲੇ ਘਰ ਦੇ ਜ਼ਰੂਰੀ ਕੰਮ ਬੜੀ ਖੁਸ਼ੀ ਕਰਦੇ ਸੀ ਅਤੇ ਸਵੇਰੇ ਸਵੇਰੇ ਆਪ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਜੁੜ ਜਾਂਦੇ ਸੀ। ਆਪ ਨਿਮਰਤਾ ਦੇ ਪੁੰਜ ਅਤੇ ਬਹੁਤ ਹੀ ਮਿੱਠੇ ਸੁਭਾਅ ਦੇ ਸੀ। ਇਹੀ ਕਾਰਨ ਹੈ ਕਿ ਆਪ ਨੇ ਬੜੀ ਛੇਤੀ ਹੀ ਆਪਣੇ ਇਹਨਾਂ ਗੁਣਾਂ ਕਰਕੇ ਆਪਣੇ ਸਹੁਰੇ ਘਰ ਦੇ ਵਿੱਚ ਸਭ ਦਾ ਦਿਲ ਜਿੱਤ ਲਿਆ। ਆਪ ਜੀ ਦੀ ਆਵਾਜ਼ ਬਹੁਤ ਮਿੱਠੀ ਅਤੇ ਮਧੁਰ ਸੀ। ਸਵੇਰੇ ਸਵੇਰੇ ਉੱਠ ਕੇ ਬਾਣੀ ਦਾ ਜਾਪ ਕਰਨਾ ਆਪ ਜੀ ਦਾ ਨਿਤ ਪ੍ਰਤੀ ਕੰਮ ਸੀ। ਆਪ ਜੀ ਦੇ ਮੁਖ ਤੋਂ ਨਿਕਲੀ ਬਾਣੀ ਸ਼ਹਿਦ ਤੋਂ ਵੀ ਮਿੱਠੀ ਜਾਪਦੀ ਸੀ।
ਅਤੇ ਸਭ ਦਾ ਜੋ ਮਨ ਹੈ ਉਹ ਛੂ ਜਾਂਦੀ ਸੀ। ਉਹਨਾਂ ਦਿਨਾਂ ਦੇ ਵਿੱਚ ਗੁਰੂ ਅਮਰਦਾਸ ਜੀ ਜੋ ਅਕਸਰ ਤੀਰਥ ਸਥਾਨਾਂ 'ਤੇ ਜਾਇਆ ਕਰਦੇ ਸੀ, ਜਦੋਂ ਉਹ ਇੱਕ ਤੀਰਥ ਸਥਾਨ ਤੋਂ ਹੋ ਕੇ ਘਰ ਵਾਪਸ ਆਏ ਹੀ ਸੀ, ਪੰਡਿਤ ਦੁਰਗਾਦਾਸ ਨੇ ਜਦੋਂ ਪਤਾ ਲੱਗਿਆ ਕਿ ਆਪ ਜੀ ਦਾ ਅਜੇ ਕੋਈ ਗੁਰੂ ਨਹੀਂ ਹੈ, ਆਪ ਜੀ ਨੂੰ ਬਹੁਤ ਕੁਝ ਸੁਣਾਇਆ। ਇਹ ਗੱਲ ਕਿ ਮੇਰਾ ਅਜੇ ਕੋਈ ਗੁਰੂ ਨਹੀਂ ਹੈ ਆਪ ਜੀ ਦੇ ਦਿਲ ਦੇ ਵਿੱਚ ਘਰ ਕਰ ਜਾਂਦੀ ਹੈ, ਲੱਗ ਜਾਂਦੀ ਹੈ। ਆਪ ਜੀ ਹਮੇਸ਼ਾ ਪਰੇਸ਼ਾਨ ਲੱਗ ਜਾਂਦੇ ਨੇ। ਰਾਤ ਨੂੰ ਨੀਂਦ ਤੱਕ ਵੀ ਆਪ ਜੀ ਨੂੰ ਜੋ ਹੈ ਨਹੀਂ ਸੀ ਆਉਂਦੀ। ਇਸੀ ਤਰ੍ਹਾਂ ਜਦੋਂ ਇੱਕ ਰਾਤ ਆਪ ਜੀ ਨੂੰ ਨੀਂਦ ਨਹੀਂ ਸੀ ਆ ਰਹੀ, ਰਾਤ ਢਲਦੇ ਢਲਦੇ ਸਵੇਰ ਹੋ ਗਈ। ਆਪ ਜੀ ਦੇ ਕੰਨਾਂ ਦੇ ਵਿੱਚ ਕੁਝ ਬਾਣੀ ਦੀਆਂ ਤੁਕਾਂ ਪਈਆਂ ਤੇ ਆਪ ਇੱਕਦਮ ਮੰਤਰ ਮੁਗਧ ਹੋ ਗਏ। ਤੇ ਜਿਸ ਪਾਸੋਂ ਆਪ ਜੀ ਇਹਨਾਂ ਤੁਕਾਂ ਦੀ ਆਵਾਜ਼ ਸੁਣ ਰਹੇ ਸੀ, ਆਪ ਉਸ ਪਾਸੇ ਚਲੇ ਗਏ। ਤੇ ਆਪ ਜੀ ਨੇ ਕੀ ਵੇਖਿਆ ਕਿ ਇਹਨਾਂ ਤੁਕਾਂ ਦਾ ਜੋ ਗਾਇਨ ਹੈ ਬੀਬੀ ਅਮਰੋ ਜੀ ਕਰ ਰਹੇ ਸਨ। ਕਾਫੀ ਦੇਰ ਆਪ ਬਾਹਰ ਖੜੇ ਹੋ ਕੇ ਰਸ ਭਿੰਨੀ ਬਾਣੀ ਦਾ ਗਾਇਨ ਜੋ ਬੀਬੀ ਅਮਰੋ ਜੀ ਕਰ ਰਹੇ ਸੀ ਉਸ ਨੂੰ ਸੁਣਦੇ ਰਹੇ। ਅਤੇ ਫਿਰ ਬੀਬੀ ਅਮਰੋ ਜੀ ਕੋਲ ਆ ਕੇ ਆਪ ਜੀ ਨੇ ਪੁੱਛਿਆ, ਜਿਸ ਬਾਣੀ ਦਾ ਤੁਸੀਂ ਗਾਇਨ ਕਰ ਰਹੇ ਸੀ ਉਹ ਬਾਣੀ ਕਿਸ ਦੀ ਹੈ? ਬੀਬੀ ਅਮਰੋ ਜੀ ਨੇ ਕਿਹਾ, ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ, ਜੋ ਹੁਣ ਸੱਚਖੰਡ ਪਧਾਰ ਚੁੱਕੇ ਹਨ ਅਤੇ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਹੁਣ ਗੱਦੀ 'ਤੇ ਵਿਰਾਜਮਾਨ ਹਨ। ਅਤੇ ਫਿਰ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਜੀ ਨੂੰ ਬੇਨਤੀ ਕੀਤੀ ਕਿ ਮੇਰਾ ਮੇਲ ਵੀ ਉਹਨਾਂ ਦੇ ਨਾਲ ਕਰਵਾ ਦਿਓ। ਅਤੇ ਫਿਰ ਆਗਿਆਕਾਰੀ, ਨਾਮ ਜਪੰਤੀ, ਪਤਵੰਤੀ, ਸਤਵੰਤੀ ਬੀਬੀ ਅਮਰੋ ਜੀ ਇੱਕ ਦਿਨ ਗੁਰੂ ਅਮਰਦਾਸ ਜੀ ਨੂੰ ਖਡੂਰ ਸਾਹਿਬ ਗੁਰੂ ਦੇ ਦਰਸ਼ਨਾਂ ਨੂੰ ਲੈ ਗਏ। ਗੁਰੂ ਅੰਗਦ ਦੇਵ ਜੀ ਦੇ ਦਰਬਾਰ ਦੇ ਵਿੱਚ ਜਾ ਕੇ ਦਰਸ਼ਨ ਕਰਦੇ ਹੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੇ ਵਿੱਚ ਡਿੱਗ ਪਏ ਅਤੇ ਫਿਰ ਖਡੂਰ ਸਾਹਿਬ ਹੀ ਰਹਿ ਗਏ। ਉੱਥੇ ਸੇਵਾ ਅਤੇ ਸਿਮਰਨ ਦੀ ਕਮਾਈ ਕੀਤੀ ਅਤੇ ਅਮਰਦਾਸ ਤੋਂ ਗੁਰੂ ਅਮਰਦਾਸ ਬਣ ਗਏ। ਸੋ ਇਸ ਤਰ੍ਹਾਂ ਬੀਬੀ ਅਮਰੋ ਜੀ ਨੇ ਗੁਰੂ ਅਮਰਦਾਸ ਅਤੇ ਗੁਰੂ ਅੰਗਦ ਦੇਵ ਜੀ ਦੇ ਜੀਵਨ ਦੇ ਵਿੱਚ ਇੱਕ ਕੜੀ ਦਾ ਕੰਮ ਕੀਤਾ। ਬੀਬੀ ਅਮਰੋ ਜੀ ਦਾ ਸਿੱਖ ਪੰਥ ਦੇ ਇਹ ਅਹਿਸਾਨ ਜੋ ਹੈ ਇੱਕ ਬਹੁਤ ਵੱਡਾ ਅਹਿਸਾਨ ਸੀ, ਜਿਸ ਨੂੰ ਪੰਥ ਜੋ ਹੈ ਕਦੇ ਵੀ ਨਹੀਂ ਭੁਲਾ ਸਕਦਾ। ਅਤੇ ਜਦੋਂ ਬੀਬੀ ਅਮਰੋ ਜੀ ਨੇ ਅਕਾਲ ਚਲਾਣਾ ਕੀਤਾ ਤੇ ਪਿੰਡ ਦੇ ਲੋਕਾਂ ਨੇ ਆਪ ਜੀ ਦੀ ਉੱਚੀ ਅਤੇ ਸੁੱਚੀ ਸ਼ਖਸੀਅਤ ਨੂੰ ਵੇਖਦੇ ਹੋਏ ਪਿੰਡ ਦੇ ਵਿੱਚ ਹੀ ਆਪ ਜੀ ਦੀ ਸਮਾਧ ਬਣਾਉਣ ਦਾ ਫੈਸਲਾ ਕੀਤਾ, ਤਾਂ ਕਿ ਸਿੱਖ ਪੰਥ ਆਪ ਜੀ ਨੂੰ ਹਮੇਸ਼ਾ ਯਾਦ ਰੱਖੇ। ਪਿੰਡ ਬਾਸਰਕੇ ਦੇ ਵਿੱਚ ਇਹ ਸਮਾਜ ਜੋ ਹੈ ਅੱਜ ਵੀ ਮੌਜੂਦ ਹੈ। ਸੋ ਸੰਗਤ ਜੀ, ਇਹ ਸੀ ਬੀਬੀ ਅਮਰੋ ਜੀ ਦੇ ਜੀਵਨ ਦੇ ਬਾਰੇ ਕੁਝ ਜਾਣਕਾਰੀ। ਗੁਰੂ ਸਾਹਿਬ ਕਿਰਪਾ ਕਰਨ
ਕਿ ਬੀਬੀ ਅਮਰੋ ਜੀ ਦੇ ਚਰਨਾਂ ਦੀ ਧੂੜ ਸਾਨੂੰ ਪ੍ਰਾਪਤ ਹੋ ਜਾਵੇ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਨੂੰ ਮਾਫ਼ ਕਰਨਾ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ।